20 सीटां ਦੇ ਉੱਤੇ ਵੀ 20 ਮਿਲ ਗਈਆਂ, ਸੰਤੁਸ਼ਟ ਹੋ ਕਿ 20 ਤੋਂ ਜ਼ਿਆਦਾ ਹੋਣੀ ਚਾਹੀਦੀਆਂ ਸੀ? ਦੇਖੋ 20 ਸੀਟਾਂ 'ਚ ਕੋਈ ਪ੍ਰੋਬਲਮ ਨਹੀਂ ਹੈ, ਪਰ ਜਿਹੜੀਆਂ ਸੀਟਾਂ ਮਿਲੀਆਂ ਉਹਦੇ 'ਚ ਪ੍ਰੋਬਲਮ ਹੈ। ਸੀਟਾਂ ਦੀ ਵੰਡ ਜਿਹੜੀ ਹੈਗੀ ਆ ਉਹ ਗੜੀ ਨੇ ਜਾਂ ਬੈਨੀਪਾਲ ਨੇ ਕੀਤੀ ਹੈ, ਪੈਸੇ ਲੈਣ ਦੇਣ ਹੋ ਸਕਦਾ ਕਿਤੇ? ਦੇਖੋ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਹੈ ਰਣਧੀਰ ਸਿੰਘ ਬੈਨੀਪਾਲ ਜੀ, ਕਿਉਂਕਿ ਆਮ ਪੂਰੇ ਪੰਜਾਬ ਦੇ ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਪੂੰਜੀਪਤੀਆਂ ਨੂੰ ਟਿਕਟ ਵੇਚ ਰਹੇ ਆ, ਉਹਨਾਂ ਨੂੰ ਆਪਣਾ ਸੋਸ਼ਲ ਮੀਡੀਆ ਦੇ ਉੱਪਰ ਬਿਆਨ ਜਾਰੀ ਕਰਨਾ ਪਿਆ ਕਿ ਬੀਐਸਪੀ ਪੈਸੇ ਨਹੀਂ ਲੈਂਦੀ। ਇਹ ਤਾਂ ਤੁਸੀਂ ਸਮਝ ਸਕਦੇ ਆ ਕਿ ਦਾਲ 'ਚ ਕੁਛ ਕਾਲਾ ਹੈ। ਸਾਰੇ ਵਰਕਰਾਂ 'ਚ ਇਹ ਆਵਾਜ਼ ਹੈ, ਉਹਨਾਂ ਨੂੰ ਇਹ ਬਿਆਨ ਕਿਉਂ ਜਾਰੀ ਕਰਨਾ ਪਿਆ? ਇਹਨਾਂ ਨੇ ਇੱਕ ਡਾਕੀਆ ਵਿੱਚ ਲਗਾਇਆ ਭੈਣ ਜੀ ਤੋਂ ਗੱਲ ਲਿਆ ਕੇ ਸਾਡੇ ਤੱਕ ਪਹੁੰਚਾਉਣ ਵਾਸਤੇ। ਜਸਵੀਰ ਸਿੰਘ ਜੀ ਬੈਨੀਪਾਲ ਜੀ, ਰਣਧੀਰ ਸਿੰਘ ਬੈਨੀਪਾਲ ਜੀ, ਭੈਣ ਜੀ ਦੀ ਗੱਲ ਸਾਡੇ ਤੱਕ ਉਹਨੇ ਪਹੁੰਚਾਉਣੀ ਹੁੰਦੀ ਹੈ, ਸਾਡੀ ਗੱਲ ਭੈਣ ਜੀ ਤੱਕ ਪਹੁੰਚਾਉਣੀ ਹੁੰਦੀ ਹੈ। ਇਹ ਕੀ ਕਰਦੇ ਆ? ਬੇਈਮਾਨੀ ਕਰਦੇ ਆ, ਸਾਡੀਆਂ ਜਿਹੜੀਆਂ ਗੱਲਾਂ ਭੈਣ ਜੀ ਤੱਕ ਨਹੀਂ ਪਹੁੰਚਾਉਂਦੇ ਉਹਨਾਂ ਨੂੰ ਗੁੰਮਰਾਹ ਕਰਦੇ ਆ। ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਜੋੜ ਜਿੱਤ ਜਾਂਦਾ, ਉਸ ਦਾ ਸਹਾਰਾ ਕਿਹਨੂੰ ਜਾਊਗਾ? ਉਹ ਹਾਰ ਜਾਂਦਾ, ਉਸ ਦਾ ਸਹਾਰਾ ਕਿਹਨੂੰ ਜਾਊਗਾ? ਦੇਖੋ ਜਿੱਤਣ ਵਾਲੀ ਤਾਂ ਤੁਸੀਂ ਗੱਲ ਭੁੱਲ ਜਾਓ, ਵਰਕਰ ਇੰਨਾ ਨਿਰਾਸ਼ ਬੈਠਾ ਆ, ਠੀਕ ਹੈ ਨਾ। ਜਿੱਤਿਆ ਵੋਟਾਂ ਨਾਲ ਜਾਂਦਾ, ਬੰਦੇ ਕੱਢ ਕੇ ਬਾਹਰ ਜਿੱਤਿਆ ਨਹੀਂ ਜਾਂਦਾ। ਫਲੋਰ ਦੇ 3 ਬੰਦੇ ਕੱਢ ਦਿੱਤੇ, ਕੀ ਉਹ ਇਹਨੂੰ ਵੋਟ ਪਾ ਦੇਣਗੇ? ਨਹੀਂ ਪਾਣਗੇ ਨਾ। ਜੇ ਇਹਨੂੰ ਕੱਢੇ ਹੀ ਦਿੱਤਾ ਪਾਰਟੀ 'ਚੋਂ, ਵੋਟ ਨਹੀਂ ਪਾਊਗਾ। ਵੋਟ ਉਹ ਪਾਊਗਾ ਜਿਹੜਾ ਬੱਚਾ ਮੌਜੂਦ ਆ, ਜਿਹਨੂੰ ਨਾਰਾਜ਼ ਨੂੰ ਮਨਾਇਆ ਜਾਊਗਾ ਵੀ ਤੂੰ ਆ ਵੀ ਭਰਾ ਸਾਡੇ ਨਾਲ ਇਕੱਠੇ ਹੋ ਕੇ ਚੱਲਦੇ ਆ। ਤੁਸੀਂ ਤਾਂ ਖੁਦ ਕਹਿੰਦੇ ਹੋ ਕਿ ਬੀਐਸਪੀ ਪਾਰਟੀ ਜਿੱਤੂਗੀ ਨਹੀਂ, ਬੀਐਸਪੀ ਦੇ ਵਿੱਚ ਮੌਜੂਦ ਹੋ। ਜੇ ਹਾਰ ਜਾਂਦੀ ਕਿਸ ਨੂੰ ਕਹੋਗੇ? ਜ਼ਿੰਮੇਵਾਰੀ ਕਿਸ ਦੀ ਹੋਊਗੀ? ਜੇ ਤਾਲੀ ਜੇ ਜਿੱਤਦੇ ਤਾਂ ਤਾਲੀ ਕਪਤਾਨ ਨੂੰ ਹੁੰਦੀ ਹੈ, ਤਾਂ ਗਾਲੀ ਵੀ ਕਪਤਾਨ ਨੂੰ। ਉਹ ਜਿਹੜਾ ਪੰਜਾਬ ਦਾ ਗੜੀ ਆ ਜਾਂ ਇੰਚਾਰਜ ਆ, ਇਹਨਾਂ ਨੂੰ। ਜਿਹੜੀ ਸੀਟਾਂ ਦੀ ਵੰਡ ਹੋਈ ਹੈ, ਉਹ ਜਿਹੜੀ ਇਹ ਸਿਰਫ ਸੁਖਵੀਰ ਨੇ ਜੋ ਕੀਤਾ ਹੋਇਆ। ਅੱਜ ਕੈਂਡੀਡੇਟ ਅਨਾਉਂਸ ਕੀਤੇ ਜਾ ਰਹੇ ਹੈ, ਜਿਹੜੇ ਸੁਖਵੀਰ ਜੋ ਕਹਿੰਦਾ ਉਹ ਜਿਹੜੇ ਆਪਣੇ ਮੋਹਤਬਰ ਹੈਗੇ ਆ ਉਹਨਾਂ ਨੂੰ ਜੁਆਇਨ ਕਰਾ ਕੇ ਬੀਐਸਪੀ ਦੇ ਸੀਟਾਂ ਤੇ ਬਿਠਾਇਆ ਜਾ ਰਿਹਾ। ਜਿਵੇਂ ਤੁਸੀਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਕਰਦੇ ਨੇ, ਕਿ ਬੀਐਸਪੀ ਦੇ ਉੱਤੇ ਵੀ ਹੁਣ ਸੁਖਬੀਰ ਸਿੰਘ ਬਾਦਲ ਦਾ ਜੋਲ ਚੱਲਦਾ ਹੈ। ਅੱਜ ਹਾਲਾਤ ਇਹੀ ਬਣੇ ਹੋਏ ਆ, ਜੋ ਹਾਲਾਤ ਆਪਾਂ ਦੇਖ ਰਹੇ ਹਾਂ ਕਿ ਅੱਜ ਜੋ ਡਿਸੀਜਨ ਸੁਖਬੀਰ ਬਾਦਲ ਦੇ ਕਹਿਣ ਤੇ ਹੋਏ ਰਹੇ ਸਾਰੇ, ਤੇ ਕੀ ਕਹਾਂਗੇ ਆਪਾਂ ਨੂੰ? ਇਹ ਜਸਵੀਰ ਗੜੀ ਦਾ ਨਾਮ ਲੈ ਦੇਣੇ ਤੇ ਬੈਨੀਪਾਲ ਦਾ ਗੜੀ ਤਾਂ ਸਿਰਫ ਅੱਜ ਕਠਪੁਤਲੀ ਨਜ਼ਰ ਆ ਰਹੇ ਹੈ ਸੁਖਬੀਰ ਸਿੰਘ ਬਾਦਲ ਦੀ, ਸੁਖਬੀਰ ਬਾਦਲ ਦੀ। ਨਹੀਂ, ਜਿਹੜੇ 20 ਸੀਟਾਂ ਦਿੱਤੀਆਂ ਗਈਆਂ ਨੇ, ਬਸਪਾ ਜਿੱਤ ਨਹੀਂ ਪਾਏਗੀ ਉਹਦੇ ਤੇ। ਮੈਨੂੰ ਨਹੀਂ ਲੱਗਦਾ 2-3 ਸੀਟਾਂ ਤੇ ਫਾਈਟ ਹੈਗੀ ਹੈ। ਬਾਕੀ ਸੀਟਾਂ ਜਿਹੜੀਆਂ ਹੈਗੀਆਂ ਬੀਐਸਪੀ ਦੀ ਜਿਹੜੀ ਉੱਤੇ ਵੋਟ ਹੀ ਨਹੀਂ ਹੈਗੀ, ਉਹ ਜਿੱਤ ਨਹੀਂ ਪਾਏਗੀ। ਅਕਾਲੀ ਵੀ ਨਹੀਂ ਜਿੱਤ ਪਾਣਗੇ। ਬੀਐਸਪੀ ਦੀ ਕੀ ਗੱਲ ਕਰ ਰਹੇ ਤੁਸੀਂ? ਸਾਡੀ ਵੋਟ ਬੈਂਕ ਜਿਹੜੀ ਹੈਗੀ ਹੈ, ਜਿਨ੍ਹਾਂ ਸੀਟਾਂ ਤੇ ਜ਼ਿਆਦਾ ਸੀ ਉਹ ਸੀਟਾਂ ਸਾਨੂੰ ਨਹੀਂ ਦਿੱਤੀਆਂ ਗਈਆਂ। ਉਹ ਸੀਟਾਂ ਦਿੱਤੀਆਂ ਗਈਆਂ ਹੈਗੀਆਂ ਜਿੱਥੇ ਸਾਡਾ ਵੋਟ ਬੈਂਕ ਨਹੀਂ ਹੈਗਾ। ਇਹ ਜਿਹੜਾ ਸੀਟਾਂ ਦਾ ਜਿਹੜਾ ਲੈਣਾ ਦੇਣਾ ਹੈਗਾ, ਇਹਦੇ ਬਾਰੇ ਭੈਣ ਜੀ ਨੂੰ ਪ੍ਰੋਪਰਲੀ ਇਹਨਾਂ ਨੇ ਗਾਈਡ ਨਹੀਂ ਕੀਤਾ। ਜੇ ਦੋਸ਼ ਕਿਹਦਾ ਆਇਆ, ਗੜੀ ਸਾਹਿਬ ਦਾ ਆਇਆ ਕਿ ਬੈਨੀਪਾਲ ਦਾ? ਦੋਵਾਂ ਦਾ ਦੋਸ਼ ਹੈ, ਦੋਵਾਂ ਦਾ ਹੀ ਦੋਸ਼ ਹੈ। ਦੋਵੇਂ ਇੱਕ ਇੰਚਾਰਜ ਹੈ, ਇੱਕ ਪ੍ਰਧਾਨ ਹੈ। ਬਾਕੀ ਕਿਸੇ ਨੂੰ ਕੌਨਫੀਡੈਂਸ ਚ ਲਿਆ ਨਾ ਹੀ ਕਿਤੇ ਡਿਸਕਸ ਕੀਤਾ। ਦੱਸਣੋ ਕਿੱਥੇ ਡਿਸਕਸ ਕੀਤਾ, ਕਿੱਥੇ ਕੋਈ ਰੈਜ਼ੋਲੂਸ਼ਨ ਪਾਇਆ? ਕਿ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਭੈਣ ਜੀ ਕਰੋਨਾ ਦੇ ਕਾਰਨ ਕਿਸੇ ਨੂੰ ਮਿਲਦੇ ਨਹੀਂ। ਅਸੀਂ ਕਿਹਾ ਵੀ ਤੁਸੀਂ ਭੈਣ ਜੀ ਨੂੰ ਮਿਲਣ ਜਾਂਦੇ ਆ ਮਹੀਨੇ ਬਾਅਦ, ਤੁਸੀਂ ਵੀ ਤਾਂ ਮਿਲਦੇ ਹੀ ਆ। ਕਹਿੰਦੇ ਵੀ ਅਸੀਂ ਕਰੋਨਾ ਰਿਪੋਰਟ ਲੈ ਕੇ ਜਾਂਦੇ ਆ। ਅਸੀਂ ਕਿਹਾ ਅਸੀਂ ਵੀ ਕਰੋਨਾ ਰਿਪੋਰਟ ਲੈ ਜਾਾਂਗੇ। ਕਹਿੰਦੇ ਅਸੀਂ ਤਾਂ 10 ਮੀਟਰ ਮਗਰ ਬਹਿੰਦੇ ਆ। ਅਸੀਂ ਕਿਹਾ ਅਸੀਂ 20 ਮੀਟਰ ਮਗਰ ਬਹਿ ਜਾਾਂਗੇ, ਅਸੀਂ ਗੱਲ ਆਪਣੀ ਪਹੁੰਚਾ ਦਾਂਗੇ। 50 ਮੀਟਰ ਮਗਰ ਵੀ ਅਸੀਂ ਭੈਣ ਜੀ ਤੱਕ ਆਪਣੀ ਗੱਲ ਪਹੁੰਚਾ ਦਾਂਗੇ। ਤੁਸੀਂ ਸਾਡੀ ਮੀਟਿੰਗ ਕਰਾਓ, ਤੁਹਾਡੇ ਸਾਹਮਣੇ ਮੀਟਿੰਗ ਕਰਾਂਗੇ, ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਰੱਖਾਂਗੇ। ਤੁਸੀਂ ਇਹ ਨਾ ਕਹੋ ਕਿ ਪਤਾ ਨਹੀਂ ਭੈਣ ਜੀ ਨੂੰ ਕੀ ਕਹਤਾ, ਤਾਂ ਤੁਸੀਂ ਸਾਡੀ ਮੀਟਿੰਗ ਕਰਾਓ। ਉਹਨਾਂ ਨੇ ਕਲੀਅਰਲੀ ਹੱਥ ਖੜੇ ਕਰਤੇ, ਕਹਿੰਦੇ ਵੀ ਅਸੀਂ ਤੁਹਾਡੀ ਮੀਟਿੰਗ ਨਹੀਂ ਕਰਵਾ ਸਕਦੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। 2022 ਦੇ ਵਿੱਚ ਚੋਣਾਂ ਨੇ, ਉਸ ਤੋਂ ਪਹਿਲਾਂ ਹੀ ਅੱਜ ਤੋਂ ਲਗਭਗ 1.5 ਮਹੀਨਾ ਪਹਿਲਾਂ ਹੀ ਗੱਠਜੋੜ ਹੋਇਆ ਸੀ ਬੀਐਸਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ। ਤੁਹਾਨੂੰ ਯਾਦ ਹੋਣਾ 1996 ਵਿੱਚ ਵੀ ਇਹ ਗੱਠਜੋੜ ਹੈਗਾ ਸੀ ਔਰ ਟੁੱਟਿਆ ਵੀ ਸੀ। ਉਸ ਤੋਂ ਬਾਅਦ ਫਿਰ ਬੀਐਸਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋਇਆ। ਪਰ ਸਾਡੇ ਨਾਲ ਕੁਝ ਇਹੋ ਜਿਹੇ ਪੰਜਾਬ ਦੇ ਬੀਐਸਪੀ ਦੇ ਵਿਅਕਤੀ ਮੌਜੂਦ ਨੇ ਜੋ ਕਹਿ ਰਹੇ ਨੇ ਕਿ ਸਮਝੌਤਾ ਤਾਂ ਹੋਇਆ, ਪਰ ਸਮਝੌਤਾ ਜੋ ਹੈ ਸ਼ਰਤਾਂ ਦੇ ਤਹਿਤ ਹੋਇਆ। ਹੁਣ ਕਿਹੜੀਆਂ ਸ਼ਰਤਾਂ ਸਨ, ਇਹਨਾਂ ਦੀ ਮੰਗ ਕੀ ਹੈ, ਇਹ ਕੀ ਮੰਗ ਕਰਨਾ ਚਾਹੁੰਦੇ ਨੇ? ਉਹ ਸਭ ਤੋਂ ਮੇਨ ਗੱਲ ਜੋ ਗੜੀ ਨੇ, ਪੰਜਾਬ ਦੇ ਪ੍ਰਧਾਨ ਨੇ ਬੀਐਸਪੀ ਦੇ, ਉਹਨਾਂ ਤੋਂ ਖਫਾ ਨੇ। ਸੀਟਾਂ ਦੀ ਵੰਡ ਨੂੰ ਲੈ ਕੇ ਖਫਾ ਨੇ ਵੀ ਸੀਟਾਂ ਜੋ ਨੇ ਜਿਹੜੀਆਂ ਬੀਐਸਪੀ ਨੂੰ ਦਿੱਤੀਆਂ ਗਈਆਂ ਨੇ, ਉਹ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਉਂ ਨਹੀਂ ਲਈਆਂ? ਜਾਂ 20 ਸੀਟਾਂ ਦੇ ਉੱਤੇ ਕੀ ਇਹ ਸੰਤੁਸ਼ਟ ਨੇ? ਤਾਂ ਜਿਵੇਂ ਜਿਵੇਂ ਚੋਣਾਂ ਆ ਰਹੀਆਂ ਨੇ ਉਵੇਂ ਬਗਾਵਤੀ ਸਵਰ ਵੀ ਉੱਠਣੇ ਸ਼ੁਰੂ ਹੋ ਗਏ ਨੇ। ਅਲੱਗ-ਅਲੱਗ ਸਿਆਸੀ ਪਾਰਟੀ ਦੀ ਗੱਲ ਕਰੀਏ, ਹੁਣ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਚੀਜ਼ ਨੂੰ ਲੈ ਕੇ ਅੱਜ ਰੂਬਰੂ ਹੋਏ ਨੇ। ਕਿ ਮਾਇਆਵਤੀ ਨੇ ਜੋ ਇਹ ਗੱਠਜੋੜ ਕੀਤਾ ਉਸ ਤੋਂ ਸਹਿਮਤ ਨੇ, ਜਾਂ ਮਾਇਆਵਤੀ ਤੋਂ ਬਾਹਰ ਹੋ ਕੇ ਇਹ ਪ੍ਰੈਸ ਕਾਨਫਰੰਸ ਕਰਦੇ ਨੇ? ਪਰ ਤੁਹਾਡਾ ਨਾਮ ਕੀ ਹੈ? ਖੁਸ਼ੀ ਰਾਮ। ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ, ਪਹਿਲਾਂ ਮੇਰਾ ਸਵਾਲ ਇਹੀ ਹੈ, ਤੁਹਾਨੂੰ ਗੱਠਜੋੜ ਮਨਜ਼ੂਰ ਹੈ ਜਾਂ ਨਹੀਂ ਹੈ? ਹਾਂਜੀ,
ਗੱਠਜੋੜ ਮਨਜ਼ੂਰ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ? ਨਹੀਂ, ਅਸੀਂ ਕਦੇ ਵੀ ਨਹੀਂ ਇਹ ਕਿਹਾ ਵੀ ਗੱਠਜੋੜ ਸਾਨੂੰ ਮਨਜ਼ੂਰ ਨਹੀਂ ਆ। ਅਸੀਂ ਇਹ ਕਹਿੰਦੇ ਆ ਵੀ ਗੱਠਜੋੜ ਜਿਹੜਾ ਹੋਇਆ ਹੈਗਾ ਉਹਦੀਆਂ ਕੋਈ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਹੈਗੀਆਂ। ਗੱਠਜੋੜ ਜੋ ਹੁੰਦਾ ਹੈਗਾ ਉਹ ਦੋਵੇਂ ਪਾਰਟੀਆਂ ਦੇ ਹਿੱਤਾਂ ਦੇ ਵਿੱਚ ਹੁੰਦਾ ਹੈਗਾ। ਗੱਠਜੋੜ ਜੋ ਹੁੰਦਾ ਹੈਗਾ ਉਹਦੇ ਵਿੱਚ ਸੀਟਾਂ ਦਾ ਲੈਣ ਦੇਣ ਹੁੰਦਾ ਹੈਗਾ। ਉਹਦੇ ਵਿੱਚ ਕੁਝ ਸੀਟਾਂ ਜਿੱਤਣ ਵਾਲੀਆਂ ਲਈਆਂ ਜਾਂਦੀਆਂ ਹੈਗੀਆਂ, ਕੁਝ ਸੀਟਾਂ ਐਸੀਆਂ ਹੁੰਦੀਆਂ ਹੈਗੀਆਂ ਜਿਨ੍ਹਾਂ 'ਚ ਐਡਜਸਟਮੈਂਟ ਕਰਨੀ ਪੈਂਦੀ ਹੈ। ਲੇਕਿਨ ਇਹ ਜੋ 20 ਸੀਟਾਂ ਦਿੱਤੀਆਂ ਹੈਗੀਆਂ ਇਹਨਾਂ ਤੋਂ ਬੜਾ ਸਪਸ਼ਟ ਹੁੰਦਾ ਹੈਗਾ ਕਿ ਉਹ ਸੀਟਾਂ ਛੱਡ ਦਿੱਤੀਆਂ ਗਈਆਂ ਜਿਹੜੀਆਂ ਕਿ ਜਿੱਤਣ ਵਾਲੀਆਂ ਸੀ। ਨਹੀਂ, ਜਿਹੜੀਆਂ 20 ਸੀਟਾਂ ਦਿੱਤੀਆਂ ਗਈਆਂ ਨੇ ਬਸਪਾ ਜਿੱਤ ਨਹੀਂ ਪਾਏਗੀ ਉਹਦੇ ਤੇ? ਮੈਨੂੰ ਨਹੀਂ ਲੱਗਦਾ, 2-3 ਸੀਟਾਂ ਤੇ ਫਾਈਟ ਹੈਗੀ ਹੈ। ਬਾਕੀ ਸੀਟਾਂ ਜਿਹੜੀਆਂ ਹੈਗੀਆਂ ਬੀਐਸਪੀ ਦੀ ਜਿਹੜੀ ਉੱਥੇ ਵੋਟ ਹੀ ਨਹੀਂ ਹੈਗੀ। ਉਹ ਜਿੱਤ ਨਹੀਂ ਪਾਏਗੀ। ਅਕਾਲੀ ਵੀ ਨਹੀਂ ਜਿੱਤ ਪਾਣਗੇ। ਪੀਐਸਪੀ ਦੀ ਕੀ ਗੱਲ ਕਰ ਰਹੇ ਤੁਸੀਂ? ਮੈਂ ਇਹੀ ਤਾਂ ਗੱਲ ਕਰਾਂਗਾ ਵੀ ਸੀਟਾਂ ਦੀ ਐਡਜਸਟਮੈਂਟ ਜੇ ਚੰਗੀ ਤਰ੍ਹਾਂ ਕੀਤੀ ਜਾਂਦੀ ਤਾਂ ਅਕਾਲੀ ਵੀ ਜਿੱਤਦੇ, ਬੀਐਸਪੀ ਵੀ ਜਿੱਤਦੀ। ਅੱਛਾ, 117 ਸੀਟਾਂ ਦੇ ਪਹਿਲਾਂ ਲੜਦੇ ਆਏ ਹੋ, 20 ਸੀਟਾਂ ਮਿਲੀਆਂ ਨੇ, ਸੰਤੁਸ਼ਟ ਹੋ 20 ਸੀਟਾਂ ਨਾਲ? 117 ਦੇ ਸਿੱਧਾ 20 ਤੇ ਆ ਗਏ ਹੋ। 117 ਤੋਂ 117 ਸੀਟਾਂ ਦੇ ਪਹਿਲਾਂ ਲੜਦੇ ਸੀ ਨਾ, ਸਾਰੀਆਂ ਸੀਟਾਂ ਲੜਦੇ ਸੀ ਜਦੋਂ ਗੱਠਜੋੜ ਨਹੀਂ ਹੈਗਾ ਸੀ। ਹੁਣ ਗੱਠਜੋੜ ਵਿੱਚ ਤੁਹਾਨੂੰ 20 ਸੀਟਾਂ ਮਿਲੀਆਂ ਕਿ 20 ਸੀਟਾਂ ਤੋਂ ਸੰਤੁਸ਼ਟ ਹੈਗੇ ਹੋ? ਇਹੀ ਤਾਂ ਅਸੀਂ ਗੱਲ ਕਹਿ ਰਹੇ ਹੈਗੇ ਆ। ਮੈਂ ਪਹਿਲਾ ਜਿਹੜਾ ਸਵਾਲ ਹੀ ਮੇਰਾ ਇਹ ਹੈ ਵੀ ਜੋ ਸੀਟਾਂ ਦੀ ਲੈਣ ਦੇਣ ਹੋਈ ਹੈ ਉਹ ਠੀਕ ਨਹੀਂ ਹੋਈ, ਉਹ ਲੌਜੀਕਲ ਨਹੀਂ ਹੈਗੀ ਹੈ, ਉਹ ਗੈਰ ਵਾਜਬ ਹੈ, ਅਨਡਿਜ਼ਾਇਰੇਬਲ ਹੈ। ਉਹ ਕਿਉਂ ਹੈ ਮੈਂ ਤੁਹਾਨੂੰ ਉਹ ਵੀ ਕਾਰਨ ਦੱਸਦਾ। ਅਸੀਂ 2019 ਦੇ ਵਿੱਚ ਬੰਗਾ, ਫਲੌਰ, ਆਦਮਪੁਰ ਤੋਂ ਬਹੁਤ ਵੱਡੀ ਜਿਹੜੀ ਗਿਣਤੀ ਦੇ ਵਿੱਚ ਵੋਟਾਂ ਲਈਆਂ ਹੈਗੀਆਂ, ਯਾਨੀ ਕਿ ਕਾਂਗਰਸ ਤੇ ਅਕਾਲੀਆਂ ਤੋਂ ਵੀ ਜ਼ਿਆਦਾ ਲਈਆਂ ਨੇ। ਤੋਂ ਹੁਣ ਸਾਡਾ ਹੱਕ ਬਣਦਾ, ਲੇਟੈਸਟ ਚੋਣ ਹੋਈ ਹੈ, ਜੇ ਆਪਾਂ ਆਧਾਰ ਬਣਾਈਏ ਵੀ ਕਿਹੜੀ ਸੀਟ ਤੋਂ ਆਪਾਂ ਜਿਹੜਾ ਹੈਗਾ ਚੋਣ ਲੜਨੀ ਹੈ ਜੀ, ਤਾਂ ਇਹੀ ਆਧਾਰ ਬਣਾਉਂਗੇ ਸਾਡੀ ਵੋਟ ਬੈਂਕ ਕੀ ਹੈ। ਸਾਡੀ ਵੋਟ ਬੈਂਕ ਜਿਹੜੀ ਹੈਗੀ ਹੈ ਜਿਨ੍ਹਾਂ ਸੀਟਾਂ ਤੇ ਜ਼ਿਆਦਾ ਸੀ ਉਹ ਸੀਟਾਂ ਸਾਨੂੰ ਨਹੀਂ ਦਿੱਤੀਆਂ ਗਈਆਂ। ਉਹ ਸੀਟਾਂ ਦਿੱਤੀਆਂ ਗਈਆਂ ਹੈਗੀਆਂ ਜਿੱਥੇ ਸਾਡਾ ਵੋਟ ਬੈਂਕ ਨਹੀਂ ਹੈਗਾ। ਤੁਸੀਂ ਇੰਨੇ ਸਮੇਂ ਬਾਅਦ ਆਏ ਹੋ, 1.5-2 ਮਹੀਨੇ ਹੋ ਗਏ ਨੇ ਗੱਠਜੋੜ ਹੋਈ ਨੂੰ, ਫਿਰ ਤੁਸੀਂ ਅੱਜ ਹੀ ਕਿਉਂ? ਉਸ ਸਮੇਂ ਵੀ ਕਹਿ ਸਕਦੇ। ਐਸੀ ਗੱਲ ਨਹੀਂ ਹੈ। ਦੇਖੋ ਪਿੱਛੇ ਸਮਾਜ ਇਕੱਠਾ ਹੋਇਆ ਸੀਗਾ ਤੋਂ ਜੁਲਾਈ ਦੇ ਵਿੱਚ ਜਿਹੜਾ ਹੈਗਾ ਤੋਂ 5 ਮੈਂਬਰੀ ਕਮੇਟੀ ਬਣਾਈ ਸੀਗੀ। 5 ਮੈਂਬਰੀ ਕਮੇਟੀ ਜਿਹੜੀ ਹੈਗੀ ਹੈ ਮੈਂ ਹੀ ਹੈਡ ਕੀਤੀ ਸੀਗੀ, ਠੀਕ ਹੈ। ਉਹਦੇ ਵਿੱਚ ਭਗਵਾਨ ਦਾਸ ਜੀ ਸੀ, ਪਰਸ਼ੋਤਮ ਹੀਰ ਜੀ ਸੀ, ਇੱਕ ਬਜੇੜੀ ਸਾਹਿਬ ਸੀ, ਇੱਕ ਗੁਰਨਾਮ ਚੌਧਰੀ ਸੀ। 5 ਬੰਦਿਆਂ ਦੀ ਕਮੇਟੀ ਜਿਹੜੀ ਹੈਗੀ ਹੈ ਸਰਬਸੰਮਤੀ ਨਾਲ ਬਣਾਈ ਸੀਗੀ। ਉਹ ਕਮੇਟੀ ਜਾ ਕੇ ਮਿਲੀ ਇਹ ਆਪਣੇ ਬੈਨੀਵਾਲ ਨੂੰ, ਮਿਸਟਰ ਗੜੀ ਵੀ ਸੀ ਉੱਥੇ, ਬੈਨੀਵਾਲ ਸਾਹਿਬ ਵੀ ਸੀ ਨਾਲ, ਜਿਹੜਾ ਹੈਗਾ ਉਹ ਸੈਲਾ ਵੀ ਸੀ, ਗੁਰਲਾਲ ਸੈਲਾ, ਨਛੱਤਰ ਵੀ ਸੀ, ਡਾਕਟਰ ਨਛੱਤਰ ਵੀ ਸੀ। ਇਹ ਸਾਰੇ ਸੀ, ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਵੀ ਲੋਕ ਖੁਸ਼ ਨਹੀਂ ਹੈਗੇ। ਇਹ 20 ਸੀਟਾਂ ਲਈਆਂ ਤੁਸੀਂ ਜਿਹੜੀਆਂ ਹੈਗੀਆਂ, ਤੁਸੀਂ ਕਰਨ ਕੀ ਲੱਗੇ ਹੋ? ਜਿਹੜਾ ਹੈਗਾ 97 ਸੀਟਾਂ ਜਿਹੜੀਆਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਤੁਸੀਂ ਜਿਹੜਾ ਹੈਗਾ, ਤੇ 20 ਸੀਟਾਂ ਜਿਹੜੀਆਂ ਤੁਸੀਂ ਲਈਆਂ, ਕਦੇ ਉਹਨਾਂ ਨੂੰ ਕੱਲੀ ਸੀਟ ਨੂੰ ਦੇਖਿਆ ਵੀ ਕੀ ਪੋਜੀਸ਼ਨ ਹੈ ਸਾਡੀ ਜਿਹੜੀ ਹੈਗੀ। ਹੁਣ ਭੋਆ ਜਿੱਥੇ ਸਾਡੀ 500-400 ਵੋਟ ਹੈਗੀ ਹੈ, ਪਠਾਨਕੋਟ ਹੈ ਜੀ, ਉੱਥੇ ਉਹ ਸੀਟਾਂ ਲੈਣ ਦਾ ਕੀ ਪਰਪਸ ਹੈ? ਸੀਟਾਂ ਦਾ ਲੈਣ ਦੇਣ ਹੋਇਆ ਹੁੰਦਾ ਹੈਗਾ ਪਾਰਟੀਆਂ ਦੇ ਵਿੱਚ, ਦੋਵੇਂ ਪਾਰਟੀਆਂ ਨੂੰ ਮਜ਼ਬੂਤੀ ਵੱਲ ਲਿਜਾਇਆ ਜਾਵੇ। ਤੇ ਇਹ ਜਿਹੜਾ ਹੈਗਾ ਸਿਰਫ 1-2 ਸੀਟਾਂ ਨੂੰ ਛੱਡ ਕੇ 2 ਸੀਟਾਂ ਤੇ ਫਾਈਟ ਹੈ, ਬਾਕੀ ਕੁਝ ਵੀ ਨਹੀਂ ਹੈ। ਅੱਛਾ, ਜਦੋਂ ਮਾਇਆਵਤੀ ਜੀ ਨੇ ਇਹ ਸੀਟਾਂ ਦੀ ਵੰਡ ਕੀਤੀ ਹੈ, ਜਿਵੇਂ ਗੜੀ ਸਾਹਿਬ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਵੀ ਗੜੀ ਸਾਹਿਬ ਵੀ ਜਿਹੜੇ ਨੇ ਉਹਨਾਂ ਨੇ ਵੀ ਨਹੀਂ ਸਹੀ ਕੀਤਾ, ਬੈਨੀਪਾਲ ਦਾ ਵੀ ਨਾਮ ਲੈ ਰਹੇ ਹੋ, ਸਾਰੀ ਗੱਲ ਤਾਂ ਮਾਇਆਵਤੀ ਥੋੜ੍ਹੀ ਹੀ ਤੁਰ ਕੇ ਆਈ ਹੋਏਗੀ ਨਾ। ਜੋ ਉਹਨਾਂ ਨੇ ਕਿਹਾ ਉਹਨਾਂ ਨੇ ਉਹੀ ਗੱਲ ਸਮਝੌਤੇ ਵਿੱਚ ਰੱਖਤੀ ਹੈ। ਦੇਖੋ ਆਪਣੇ ਰਾਜੂ ਜੀ ਜਿਹੜੇ ਸਾਬਕਾ ਪ੍ਰਧਾਨ ਸੀ, ਉਹਨਾਂ ਦੇ ਟਾਈਮ ਤੇ ਸਮਝੌਤਾ ਹੋਇਆ ਸੀ, ਠੀਕ ਹੈ। ਪੀਡੀਏ ਬਣੀ ਸੀਗੀ, ਪਾਰਲੀਮੈਂਟ ਲੜੀ ਸੀ। ਰਾਜੂ ਜੀ ਹੁਣੇ ਪ੍ਰੈਸ ਨੂੰ ਜਿਹੜਾ ਹੈਗਾ ਮੁਖਾਤਬ ਹੋ ਰਹੀ ਸੀਗੀ, ਉਹਨਾਂ ਨੇ ਦੱਸਿਆ ਵੀ ਭੈਣ ਜੀ ਨੂੰ ਅਸੀਂ ਸਮਝੌਤਾ ਕਰਨ ਦੀ ਪ੍ਰਵਾਨਗੀ ਲਈ ਸੀ, ਭੈਣ ਜੀ ਨੇ ਪ੍ਰਵਾਨਗੀ ਦੇ ਦਿੱਤੀ। ਉਹ ਤੋਂ ਬਾਅਦ ਹੁਣ ਸੀਟਾਂ ਕਿਵੇਂ ਦੇਣੀਆਂ ਹੈਗੀਆਂ ਹਾਂਜੀ, ਸੀਟਾਂ ਕਿਸ ਤਰ੍ਹਾਂ ਦੱਸਣੀਆਂ ਹੈਗੀਆਂ, ਉਹ ਤਾਂ ਅਸੀਂ ਭੈਣ ਜੀ ਨੂੰ ਦੱਸਾਂਗੇ ਤਾਂ ਹੀ ਪਤਾ ਲੱਗੂ ਉਹਨਾਂ ਨੂੰ। ਇਹ ਜਿਹੜਾ ਸੀਟਾਂ ਦਾ ਜਿਹੜਾ ਲੈਣਾ ਦੇਣਾ ਹੈਗਾ, ਇਹਦੇ ਬਾਰੇ ਭੈਣ ਜੀ ਨੂੰ ਪ੍ਰੋਪਰਲੀ ਇਹਨਾਂ ਨੇ ਗਾਈਡ ਨਹੀਂ ਕੀਤਾ। ਜੇ ਦੋਸ਼ ਕਿਹਦਾ ਆਇਆ, ਗੜੀ ਸਾਹਿਬ ਦਾ ਆਇਆ ਕਿ ਬੈਨੀਪਾਲ ਦਾ? ਦੋਵਾਂ ਦਾ ਦੋਸ਼ ਹੈ, ਦੋਵਾਂ ਦਾ ਹੀ ਦੋਸ਼ ਹੈ। ਦੋਵੇਂ ਇੱਕ ਇੰਚਾਰਜ ਹੈ, ਇੱਕ ਪ੍ਰਧਾਨ ਹੈ, ਬਾਕੀ ਕਿਸੇ ਨੂੰ ਕਾਨਫੀਡੈਂਸ ਚ ਲਿਆ ਨਾ ਹੀ ਕਿਤੇ ਡਿਸਕਸ ਕੀਤਾ। ਦੱਸਣ ਨੂੰ ਕਿੱਥੇ ਡਿਸਕਸ ਕੀਤਾ, ਕਿੱਥੇ ਕੋਈ ਰੈਜੂਲੇਸ਼ਨ ਪਾਇਆ, ਦੱਸਣ ਨੇ ਲੋਕਾਂ ਨੂੰ ਵੀ ਆਹ ਰੈਜੂਲੇਸ਼ਨ ਪਾਇਆ ਹੈ, ਆਹ ਅਸੀਂ ਐਗਜੈਕਟਿਵ ਦੇ ਵਿੱਚ ਫੈਸਲਾ ਕੀਤਾ ਹੈ, ਕੱਲੀ ਸੀਟ ਡਿਸਕਸ ਕੀਤੀ ਹੈਗੀ ਹੈ ਜੀ। ਤਾਂ ਇਹ ਹੁਣ ਦੇਖੋ ਜਿਹੜਾ ਇਹਨਾਂ ਨੇ ਸਟੇਟ ਲੈਵਲ ਤੇ ਆਪਣਾ ਕਰਕੇ ਹੈ ਜੀ, ਤਾਂ ਠੀਕ ਹੈ, ਇਹਨਾਂ ਨੇ ਭੈਣ ਜੀ ਨਾਲ ਕਿਹਾ ਉਹਨੂੰ ਸਮਝੌਤਾ ਹੋ ਗਿਆ ਜੀ, ਅਸੀਂ ਸੀਟਾਂ ਦੇਖ ਲਈਆਂ ਜੀ ਹੈ ਜੀ। ਤਾਂ ਮਿਸ਼ਰਾ ਜੀ ਆ ਕੇ ਸਮਝੌਤਾ ਕਰ ਗਏ। ਉਹ ਹੁਣ ਜਿੱਥੋਂ ਤੱਕ ਸਮਝੌਤੇ ਦੀ ਗੱਲ ਹੈਗੀ ਆ, ਸਮਝੌਤੇ ਤੇ ਸਾਨੂੰ ਜਿਹੜਾ ਹੈਗਾ, ਮੈਂ ਪਹਿਲਾਂ ਹੀ ਕਿਹਾ ਸਮਝੌਤਾ ਹੋਣੇ ਚਾਹੀਦੇ ਆ, ਸਮਝੌਤੇ ਚਾਹੀਦੇ ਹੋਣੇ। ਸਮਝੌਤੇ ਤੋਂ ਬਗੈਰ ਜਿਹੜੀਆਂ ਕੋਈ ਪਾਰਟੀ ਜਿੱਤ ਨਹੀਂ ਸਕਦੀ, ਕਿਉਂਕਿ ਅੱਜ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਹੈ ਜੀ, ਉਸ ਦੇ ਹਿਸਾਬ ਨਾਲ ਜਿਹੜਾ ਪੰਜਾਬ 'ਚ ਕੀ ਪੂਰੇ ਦੇਸ਼ ਦੇ ਵਿੱਚ
ਸਮਝੌਤਿਆਂ ਦੀ ਲੋੜ ਹੈ, ਅਲਾਇੰਸ ਦੀ ਲੋੜ ਹੈਗੀ ਹੈ। ਜੇ ਜਸਵੀਰ ਸਿੰਘ ਗੜੀ ਨੂੰ ਤੁਸੀਂ ਮਿਲੇ ਜੋ ਤੁਸੀਂ ਇੰਨੇ ਸਾਰੇ ਵਿਅਕਤੀ ਖੜੇ ਹੋ, ਕਦੀ ਜਸਵੀਰ ਸਿੰਘ ਗੜੀ ਨੂੰ ਜਾਂ ਬੈਨੀਪਾਲ ਨੂੰ ਗੱਲ ਰੱਖੀ ਹੈ ਵੀ ਸੀਟਾਂ ਠੀਕ ਹੈ ਸਮਝੌਤਾ ਹੋਇਆ, ਮਾਇਆਵਤੀ ਜੀ ਨੇ ਸਮਝੌਤਾ ਕਰ ਦਿੱਤਾ, ਹੁਣ ਸੀਟਾਂ ਪੰਜਾਬ 'ਚ ਹਾਲਾਤ ਹੋਰ ਨੇ, ਯੂਪੀ 'ਚ ਹਾਲਾਤ ਹੋਰ ਨੇ। ਯੂਪੀ ਦੀ ਗੱਲ ਕਰੀਏ, ਮਾਇਆਵਤੀ ਨੂੰ ਸਭ ਪਤਾ ਹੈ, ਪੰਜਾਬ ਦੀ ਗੱਲ ਕਰੀਏ, ਤੁਸੀਂ ਸਾਰੇ ਖੜੇ ਹੋ, ਕੀ ਤੁਸੀਂ ਇਹ ਚੀਜ਼ ਰੱਖੀ ਗੜੀ ਸਾਹਿਬ ਅੱਗੇ ਵੀ ਸੀਟਾਂ ਦੀ ਵੰਡ ਸਾਨੂੰ ਕਰਨੀ ਚਾਹੀਦੀ ਹੈ, ਅਸੀਂ ਆਪਸ 'ਚ ਬੈਠ ਕੇ ਕਰੀਏ? ਮੈਂ ਇਹੀ ਗੱਲ ਕਰ ਰਿਹਾ, 5 ਮੈਂਬਰੀ ਕਮੇਟੀ ਨੇ ਸਾਰੀ ਨੇ ਜਾ ਕੇ ਗੱਲ ਰੱਖੀ। ਉਹ ਤੋਂ ਬਾਅਦ ਜਿਹੜਾ ਹੈਗਾ ਆਪਣੇ ਫਲੋਰ ਵਾਲਿਆਂ ਨੇ ਆਵਾਜ਼ ਬੁਲੰਦ ਕੀਤੀ, 3-4 ਹਜ਼ਾਰ ਬੰਦਾ ਇਕੱਠਾ ਕੀਤਾ, ਲੇਕਿਨ ਜਿਹੜੇ ਬੰਦਿਆਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਬਾਹਰ ਕੱਢਤਾ ਪਾਰਟੀ 'ਚੋਂ। ਫਿਰ ਆਪਣੇ ਗੜਸ਼ੰਕਰ ਵਾਲਿਆਂ ਨੇ ਆਵਾਜ਼ ਬੁਲੰਦ ਕੀਤੀ ਜਿਹੜੀ ਹੈਗੀ ਆ, ਉਹਨਾਂ ਨੇ ਵੀ ਹਜ਼ਾਰਾਂ ਦੇ ਵਿੱਚ ਬੰਦੇ ਇਕੱਠੇ ਕੀਤੇ, ਉੱਥੇ ਰਾਜੂ ਨੂੰ ਕੱਢਤਾ ਤੇ ਬੰਦਿਆਂ ਨੂੰ ਦੂਸਰਿਆਂ ਨੂੰ ਕੱਢ ਦਿੱਤਾ। ਜਿਹੜਾ ਕੋਈ ਆਵਾਜ਼ ਬੁਲੰਦ ਕਰਦਾ ਹੈਗਾ, ਸਹੀ ਗੱਲ ਕਰਦਾ ਹੈ, ਅੰਮ੍ਰਿਤਸਰ ਵਾਲਿਆਂ ਨੇ ਕੀਤਾ, ਉਹਨਾਂ ਨੂੰ ਕੱਢ ਦਿੱਤਾ। ਤੋ ਇਸ ਕਰਕੇ ਜਿਹੜਾ ਆਵਾਜ਼ ਬੁਲੰਦ ਕਰਦਾ ਹੈਗਾ ਉਹਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿੱਤਾ। ਤੁਹਾਨੂੰ ਕੱਲ ਨੂੰ ਬਾਹਰ ਕੱਢ ਦਿੱਤਾ ਜੇ ਤੁਸੀਂ ਆਵਾਜ਼ ਬੁਲੰਦ ਕਰ। ਕੋਈ ਗੱਲ ਨਹੀਂ, ਦੇਖੋ ਅਸੀਂ ਬਹੁਜਨ ਮੂਵਮੈਂਟ ਦੇ ਬੰਦੇ ਹੈਗੇ ਹਾਂ, ਠੀਕ ਹੈ, ਅਸੀਂ ਚਾਹੁੰਦੇ ਬਹੁਜਨ ਮੂਵਮੈਂਟ ਅੱਗੇ ਜਾਵੇ। ਜਿਹੜਾ ਹੈਗਾ ਬਾਹਰ ਅੰਦਰ ਦੀ ਕੋਈ ਗੱਲ ਨਹੀਂ, ਇੰਨੀ ਵੱਡੀ ਗੱਲ ਨਹੀਂ ਹੈਗੀ ਹੈ। ਸਵਾਲ ਇਹ ਹੈ, ਕੱਲ ਸਾਹਿਬ ਕਾਂਸ਼ੀ ਰਾਮ ਜੀ ਦਾ ਪਰਿਨਿਰਵਾਣ ਦਿਵਸ ਹੈ। ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੀ ਮੂਵਮੈਂਟ ਨੂੰ ਸਾਹਿਬ ਕਾਂਸ਼ੀ ਰਾਮ ਜੀ ਨੇ ਅੱਗੇ ਵਧਾਇਆ ਸੀ। ਉਹ ਬਹੁਜਨਾਂ ਦੇ ਮਸੀਹਾ ਨੇ, ਉਹਨਾਂ ਦਾ ਕੱਲ ਪਰਿਨਿਰਵਾਣ ਦਿਵਸ ਆ ਰਿਹਾ। ਮੈਂ ਜਿੱਥੇ ਉਹਨਾਂ ਨੂੰ ਛੱਤ ਪ੍ਰਣਾਮ ਕਰਦਾ ਹੈਗਾ, ਤੇ ਸਮੂਹ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ਾਂ ਦੇ ਬੈਠੇ ਜਿਹੜੇ ਸਾਰੇ ਲੋਕਾਂ ਨੂੰ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਹੈ ਕਿ ਉਸ ਮਸੀਹਾ ਦਾ ਕੱਲ ਨਮਨ ਹੈ, ਠੀਕ ਹੈ। ਤੋ ਇਹ ਮੈਂ ਪਾਰਟੀ ਦੇ ਜਿਹੜੇ ਹੈ 2 ਹੈਂਕੜਬਾਜ਼ ਬੰਦੇ ਹੈਗੇ ਆ, ਉਹਨਾਂ ਨੂੰ ਵੀ ਇਹ ਯਾਦ ਕਰਾਉਣਾ ਚਾਹੁੰਦਾ ਹੈਗਾ ਵੀ ਬਾਬਾ ਆਪਣੇ ਸਾਹਿਬ ਕਾਂਸ਼ੀ ਰਾਮ ਜੀ ਦਾ ਕੱਲ ਜਿਹੜਾ ਪਰਿਨਿਰਵਾਣ ਦਿਵਸ ਹੈ, ਉਹਨਾਂ ਤੋਂ ਕੁਝ ਸਿੱਖੋ। ਅਸੀਂ ਬਹੁਜਨ ਨੂੰ ਇਕੱਠੇ ਕਰਨਾ ਹੈ, ਅਸੀਂ ਬਹੁਜਨਾਂ ਨੂੰ ਇੱਕ ਮੰਚ ਤੇ ਲਿਆਉਣਾ ਹੈ, ਨਾ ਕਿ ਹੈਂਕੜਬਾਜ਼ੀ ਕਰਕੇ। ਤੁਸੀਂ ਦੇਖੋ ਦੂਸਰੀਆਂ ਪਾਰਟੀਆਂ ਦੇ ਵੱਡੇ ਲੀਡਰ ਜਿਹੜੇ ਹੈਗੇ ਆ, ਜਦੋਂ ਕੋਈ ਆਪਣੀ ਪਾਰਟੀ 'ਚ ਥੋੜ੍ਹੀ ਬਹੁਤ ਪ੍ਰੋਬਲਮ ਹੁੰਦੀ ਹੈ ਉਹ ਘਰਾਂ 'ਚ ਵੜ ਜਾਂਦੇ ਨੇ, ਉਹ ਮਿਲਣ ਜਾਂਦੇ ਆ, ਲੇਕਿਨ ਇਹ 2 ਬੰਦਿਆਂ ਨੇ ਜਿਹੜਾ ਹੈਗਾ ਕਿਸੇ ਨੂੰ ਮਿਲਣ ਦੀ ਉਹ ਨਹੀਂ। ਮੈਂ ਤੁਹਾਡੇ ਦੁਬਾਰਾ ਆਉਣਾ, ਆਪਣਾ ਨਾਮ ਕੀ ਹੈ? ਮੈਂ ਹਰਭਜਨ ਸਿੰਘ, ਜਨ ਸੈਕਟਰੀ ਬਹੁਜਨ ਸਮਾਜ ਪਾਰਟੀ ਖਰੜ ਤੋਂ। ਅੱਛਾ, ਹੁਣ ਇੱਕ ਚਰਚਾ ਵੀ ਚੱਲਦੀ ਪਈ ਸੀ, ਇੰਟਰਵਿਊ ਹੋ ਰਿਹਾ ਸੀ, ਲੱਗਦਾ ਪੈਸੇ ਦੀ ਲੈਣ ਦੇਣ ਵੀ ਗੱਲ ਹੋ ਸਕਦੀ ਹੈ ਸੀਟਾਂ ਨੂੰ ਲੈ ਕੇ। ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਸੀਟਾਂ ਦੀ ਵੰਡ ਹੋਈ ਹੈ, ਉਹ ਜਿਹੜੀ ਇਹ ਸਿਰਫ ਸੁਖਵੀਰ ਨੇ ਜੋ ਕੀਤਾ ਉਹ ਹੋਇਆ। ਅੱਜ ਕੈਂਡੀਡੇਟ ਅਨਾਉਂਸ ਕੀਤੇ ਜਾ ਰਹੇ ਹੈ, ਜਿਹੜੇ ਸੁਖਵੀਰ ਜੋ ਕਹਿੰਦਾ ਉਹ ਜਿਹੜੇ ਆਪਣੇ ਮੋਹਤਬਰ ਹੈਗੇ ਆ ਉਹਨਾਂ ਨੂੰ ਜੁਆਇਨ ਕਰਾ ਕੇ ਬੀਐਸਪੀ ਦੇ ਸੀਟਾਂ ਤੇ ਬਿਠਾਇਆ ਜਾ ਰਿਹਾ। ਜਿਵੇਂ ਕਿ ਮੋਹਾਲੀ ਦੇ ਵਿੱਚ ਹੋਇਆ, ਮੋਹਾਲੀ ਦੇ ਵਿੱਚ ਗੁਰਮੀਤ ਸਿੰਘ ਬਾਕਰਪੁਰ ਨੂੰ ਟਿਕਟ ਦਿੱਤੀ ਗਈ, ਇਸੇ ਤਰੀਕੇ ਨਾਲ ਦਸੂਹਾ ਦੇ ਵਿੱਚ ਹੋਇਆ, ਹੋਰ ਵੀ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਕਿ ਇਦਾਂ ਹੀ ਕੀਤਾ ਕਿ ਜਿਹੜੇ ਕਾਂਗਰਸੀਆਂ ਨੂੰ ਜਾਂ ਜਾਂ ਅਕਾਲੀ ਦਲ ਦੇ ਜਿਹੜੇ ਉਹਨਾਂ ਦੇ ਆਪਣੇ ਮੋਹਤਬਰ ਹੈਗੇ ਆ, ਬੀਜੇਪੀ ਦੇ ਹੈਗੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ। ਜਿਹੜੇ ਬੀਐਸਪੀ ਦੇ 25-30 ਸਾਲ ਤੋਂ ਵਰਕਰ ਹੈ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ। ਨਹੀਂ, ਮੇਰਾ ਸਵਾਲ ਹੈ ਕਿ ਜੋ ਤੁਸੀਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਕਰਦੇ ਨੇ, ਕਿ ਬੀਐਸਪੀ ਦੇ ਉੱਤੇ ਵੀ ਹੁਣ ਸੁਖਬੀਰ ਸਿੰਘ ਬਾਦਲ ਦਾ ਜੋਲ ਚੱਲਦਾ ਹੈ? ਅੱਜ ਹਾਲਾਤ ਇਹੀ ਬਣੇ ਹੋਏ ਹੈ, ਜੋ ਹਾਲਾਤ ਆਪਾਂ ਦੇਖ ਰਹੇ ਹਾਂ ਕਿ ਅੱਜ ਜੋ ਡਿਸੀਜਨ ਸੁਖਬੀਰ ਬਾਦਲ ਦੇ ਕਹਿਣ ਤੇ ਹੋਏ ਰਹੇ ਸਾਰੇ, ਤੇ ਕੀ ਕਹਾਂਗੇ ਆਪਾਂ ਨੂੰ। ਇਹ ਜਸਵੀਰ ਗੜੀ ਦਾ ਨਾਮ ਲੈ ਦੇਣੇ ਤੇ ਬੈਨੀਪਾਲ ਦਾ ਗੜੀ ਤਾਂ ਸਿਰਫ ਅੱਜ ਕਠਪੁਤਲੀ ਨਜ਼ਰ ਆ ਰਹੇ ਹੈ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਬਾਦਲ ਦੀ। ਅੱਛਾ ਭਾਈ, ਨਾਮ ਕੀ ਆ? ਭਗਵਾਨ ਦਾਸ। ਠੀਕ ਹੈ। ਅੱਛਾ, ਹੁਣ ਇੱਕ ਚਰਚਾ ਚੱਲਦੀ ਪਈ ਸੀ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ, ਜਿਵੇਂ ਹੁਣ ਤੁਹਾਡੇ ਸਾਥੀ ਕਹਿ ਰਹੇ ਨੇ ਕਿ ਸੀਟਾਂ ਦੀ ਵੰਡ ਜਿਹੜੀ ਹੈਗੀ ਆ ਉਹ ਗੜੀ ਨੇ ਜਾਂ ਬੈਨੀਪਾਲ ਨੇ ਕੀਤੀ ਆ, ਪੈਸੇ ਲੈਣ ਦੇਣ ਹੋ ਸਕਦਾ ਕਿਤੇ? ਦੇਖੋ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਹੈ ਰਣਧੀਰ ਸਿੰਘ ਬੈਨੀਵਾਲ ਜੀ, ਕਿਉਂਕਿ ਆਮ ਪੂਰੇ ਪੰਜਾਬ ਦੇ ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਪੂੰਜੀਪਤੀਆਂ ਨੂੰ ਟਿਕਟ ਵੇਚ ਰਹੇ ਆ, ਉਹਨਾਂ ਨੂੰ ਆਪਣਾ ਸੋਸ਼ਲ ਮੀਡੀਆ ਦੇ ਉੱਪਰ ਬਿਆਨ ਜਾਰੀ ਕਰਨਾ ਪਿਆ ਕਿ ਬੀਐਸਪੀ ਪੈਸੇ ਨਹੀਂ ਲੈਂਦੀ। ਇਹ ਤਾਂ ਤੁਸੀਂ ਸਮਝ ਸਕਦੇ ਆ ਕਿ ਦਾਲ 'ਚ ਕੁਛ ਕਾਲਾ ਆ। ਸਾਰੇ ਵਰਕਰਾਂ 'ਚ ਇਹ ਆਵਾਜ਼ ਹੈ, ਉਹਨਾਂ ਨੂੰ ਇਹ ਬਿਆਨ ਕਿਉਂ ਜਾਰੀ ਕਰਨਾ ਪਿਆ? ਇਹਦਾ ਮਗਰ ਕੋਈ ਕਾਰਨ ਹੈ। ਤੁਹਾਨੂੰ ਲੱਗਦਾ ਵੀ ਹੋਇਆ ਪੈਸੇ ਦਾ ਲੈਣ ਦੇਣ ਕਿਤੇ? ਦੇਖੋ ਪ੍ਰੂਫ ਤਾਂ ਕੋਈ ਨਹੀਂ ਹੈ, ਪਰ ਲੋਕਾਂ ਦੀ ਜੋ ਆਵਾਜ਼ ਹੈ, ਜੋ ਕੈਂਡੀਡੇਟ ਖੁਦ ਕਹਿ ਰਿਹਾ ਕਿ ਮੈਂ ਇੰਨੇ ਪੈਸੇ ਦੇ ਕੇ ਲੈ ਕੇ ਆਇਆ ਟਿਕਟ, ਜੇ ਬਾਹਰਲੇ ਬੰਦਿਆਂ ਨੂੰ ਕੇਡਰ ਨੂੰ ਛੱਡ ਕੇ ਪੂੰਜੀਪਤੀਆਂ ਨੂੰ ਟਿਕਟ ਦਿੱਤੀ ਜਾ ਰਹੀ ਹੈ, ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕੁਝ ਲੈਣ ਦੇਣ ਹੋਇਆ। ਅੱਛਾ, ਤੁਸੀਂ ਇਸ ਚੀਜ਼ ਦੇ ਸਹਿਮਤ ਹੋ? 20 ਸੀਟਾਂ ਦੇ ਉੱਤੇ ਵੀ 20 ਮਿਲ ਗਈਆਂ, ਸੰਤੁਸ਼ਟ ਹੋ ਕਿ 20 ਤੋਂ ਜ਼ਿਆਦਾ ਹੋਣੀ ਚਾਹੀਦੀਆਂ ਸੀ? ਦੇਖੋ 20 ਸੀਟਾਂ 'ਚ ਕੋਈ ਪ੍ਰੋਬਲਮ ਨਹੀਂ ਹੈ, ਪਰ ਜਿਹੜੀਆਂ ਸੀਟਾਂ ਮਿਲੀਆਂ ਉਹਦੇ 'ਚ ਪ੍ਰੋਬਲਮ ਹੈ, ਉਹ ਜਿੱਤਣ ਵਾਲੀਆਂ ਨਹੀਂ ਆ। 20 ਸੀਟਾਂ 'ਚ ਕੋਈ ਦਿੱਕਤ ਨਹੀਂ ਹੈ ਵੀ 20 ਮਿਲੀਆਂ, ਠੀਕ ਹੈ ਨਾ, ਪਰ ਜਿੱਤਣ ਵਾਲੀਆਂ ਲੈਣੀਆਂ ਚਾਹੀਦੀਆਂ ਸੀ। ਇਹਨਾਂ ਨੇ ਜਿੱਤਣ ਵਾਲੀਆਂ ਲਈ ਲਈਆਂ, ਉਹ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦਾ ਰੋਸ ਹੈ। ਅੱਛਾ, ਜਸਵੀਰ ਸਿੰਘ ਗੜੀ ਨਾਲ ਜਿਵੇਂ ਕਹਿੰਦੇ 5 ਮੈਂਬਰ ਕਮੇਟੀ ਬਣੀ ਸੀ, ਜੇ ਗੱਲਬਾਤ ਹੋਈ ਤਾਂ ਉਹਨਾਂ ਨੇ ਕੀ ਕਿਹਾ? ਤੁਸੀਂ ਕਿਹਾ ਕਿ ਮਾਇਆਵਤੀ ਜੀ ਨਾਲ ਮੁਲਾਕਾਤ ਕਰਨੀ, ਮੁਲਾਕਾਤ ਕਰਵਾਓ, ਅਸੀਂ ਦੱਸੀਏ ਪੰਜਾਬ ਦੇ ਹਾਲਾਤ ਕੀ ਨੇ। ਦੇਖੋ ਅਸੀਂ 3 ਜੁਲਾਈ 2021 ਨੂੰ ਚੰਡੀਗੜ੍ਹ ਦੇ ਵਿੱਚ ਕਲਗੀਧਰ ਗੁਰਦੁਆਰਾ ਸਾਹਿਬ ਬੈਨੀਪਾਲ ਜੀ, ਜਸਵੀਰ ਗੜੀ ਜੀ, ਡਾਕਟਰ ਨਛੱਤਰ ਜੀ, ਗੁਰਲਾਲ ਸੈਲਾ ਜੀ, ਇਹ 4-5 ਬੰਦਿਆਂ ਨੂੰ ਅਸੀਂ ਮਿਲੇ ਸੀ 5 ਮੈਂਬਰੀ ਕਮੇਟੀ ਦੇ ਤੌਰ ਤੇ।
ਅਸੀਂ ਉੱਥੇ ਗੱਲਬਾਤ ਚੌਧਰੀ ਖੁਸ਼ੀ ਰਾਮ ਜੀ IAS ਰਿਟਾਇਰਡ ਉਹਨਾਂ ਨੇ ਰੱਖੀ ਕਿ ਪੰਜਾਬ ਦੇ ਜੋ ਹਾਲਾਤ ਤੁਸੀਂ ਬਣਾ ਦਿੱਤੇ ਆ, ਅਸੀਂ ਹਰ ਵਕਤ ਤੁਹਾਡੇ ਧਿਆਨ 'ਚ ਲਿਆਉਂਦੇ ਰਹੇ ਆ, WhatsApp ਦੇ ਰਾਹੀਂ ਵੀ ਔਰ ਰਿਟਨ ਦੇ ਵਿੱਚ ਵੀ ਅਸੀਂ ਤੁਹਾਨੂੰ ਭੇਜਿਆ, ਪਰ ਉੱਤੇ ਤੁਸੀਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ, ਤੁਸੀਂ ਉਹਨੂੰ ਹੱਲ ਕਰਨ ਦੇ ਵਿੱਚ ਨਾਕਾਮ ਰਹੇ ਆ, ਤੇ ਇਸ ਕਰਕੇ ਸਾਡੀ ਭੈਣ ਜੀ ਨਾਲ ਮੀਟਿੰਗ ਕਰਾਈ ਜਾਵੇ। ਉਹੀ ਮੀਟਿੰਗ ਫਿਰ ਉਹਨਾਂ ਨੇ ਕਲੀਅਰਲੀ ਹੱਥ ਖੜੇ ਕਰ ਦਿੱਤੇ ਕਿ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਭੈਣ ਜੀ ਕਰੋਨਾ ਦੇ ਕਾਰਨ ਕਿਸੇ ਨੂੰ ਮਿਲਦੇ ਨਹੀਂ। ਅਸੀਂ ਕਿਹਾ ਵੀ ਤੁਸੀਂ ਭੈਣ ਜੀ ਨੂੰ ਮਿਲਣ ਜਾਂਦੇ ਆ ਮਹੀਨੇ ਬਾਅਦ, ਤੁਸੀਂ ਵੀ ਤਾਂ ਮਿਲਦੇ ਹੀ ਆ। ਕਹਿੰਦੇ ਵੀ ਅਸੀਂ ਕਰੋਨਾ ਰਿਪੋਰਟ ਲੈ ਕੇ ਜਾਂਦੇ ਆ। ਅਸੀਂ ਕਿਹਾ ਅਸੀਂ ਵੀ ਕਰੋਨਾ ਰਿਪੋਰਟ ਲੈ ਜਾਵਾਂਗੇ। ਕਹਿੰਦੇ ਅਸੀਂ ਤਾਂ 10 ਮੀਟਰ ਮਗਰ ਬਹਿੰਦੇ ਆ। ਅਸੀਂ ਕਿਹਾ ਅਸੀਂ 20 ਮੀਟਰ ਮਗਰ ਬਹਿ ਜਾਵਾਂਗੇ, ਅਸੀਂ ਗੱਲ ਆਪਣੀ ਪਹੁੰਚਾ ਦਾਂਗੇ, 50 ਮੀਟਰ ਮਗਰ ਵੀ ਅਸੀਂ ਭੈਣ ਜੀ ਤੱਕ ਆਪਣੀ ਗੱਲ ਪਹੁੰਚਾ ਦਾਂਗੇ। ਤੁਸੀਂ ਸਾਡੀ ਮੀਟਿੰਗ ਕਰਾਓ, ਤੁਹਾਡੇ ਸਾਹਮਣੇ ਮੀਟਿੰਗ ਕਰਾਂਗੇ, ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਰੱਖਾਂਗੇ। ਤੁਸੀਂ ਇਹ ਨਾ ਕਹੋ ਕਿ ਪਤਾ ਨਹੀਂ ਭੈਣ ਜੀ ਨੂੰ ਕੀ ਕਹਤਾ, ਤਾਂ ਤੁਸੀਂ ਸਾਡੀ ਮੀਟਿੰਗ ਕਰਾਓ। ਉਹਨਾਂ ਨੇ ਕਲੀਅਰਲੀ ਹੱਥ ਖੜੇ ਕਰਤੇ, ਕਹਿੰਦੇ ਵੀ ਅਸੀਂ ਤੁਹਾਡੀ ਮੀਟਿੰਗ ਨਹੀਂ ਕਰਵਾ ਸਕਦੇ। ਜੀ ਹੁਣ ਅੱਗੇ ਮੀਟਿੰਗ ਨਹੀਂ ਹੁੰਦੀ, ਤੁਹਾਡੀ ਗੱਲ ਨਹੀਂ ਮੰਨੀ ਜਾਂਦੀ, ਅਲੱਗ ਪਾਰਟੀ ਬਣਾਓਗੇ, ਅਲੱਗ ਹੋ ਕੇ ਚੱਲੋਗੇ, ਇਕੱਠੇ ਚੱਲੋਗੇ, ਕੀ ਕਰੋਗੇ ਅੱਗੇ ਜਾ ਕੇ ਫਿਰ? ਦੇਖੋ ਇਸ ਤਰ੍ਹਾਂ ਹੁੰਦੀ ਹੈ, ਭੈਣ ਜੀ ਬਹੁਤ ਸਮਝਦਾਰ ਨੇ, ਸੂਝ-ਬੂਝ ਨੇ, ਨੈਸ਼ਨਲ ਸਾਡੇ ਪ੍ਰੈਜ਼ੀਡੈਂਟ ਹੈ। ਇਹਨਾਂ ਨੇ ਇੱਕ ਡਾਕੀਆ ਵਿੱਚ ਲਗਾਇਆ ਭੈਣ ਜੀ ਤੋਂ ਗੱਲ ਲਿਆ ਕੇ ਸਾਡੇ ਤੱਕ ਪਹੁੰਚਾਉਣ ਵਾਸਤੇ। ਜਸਵੀਰ ਸਿੰਘ ਜੀ ਬੈਣੀਪਾਲ ਜੀ, ਰਣਧੀਰ ਸਿੰਘ ਬੈਣੀਪਾਲ ਜੀ, ਭੈਣ ਜੀ ਦੀ ਗੱਲ ਸਾਡੇ ਤੱਕ ਉਹਨੇ ਪਹੁੰਚਾਉਣੀ ਹੁੰਦੀ ਹੈ, ਸਾਡੀ ਗੱਲ ਭੈਣ ਜੀ ਤੱਕ ਪਹੁੰਚਾਉਣੀ ਹੁੰਦੀ ਹੈ। ਇਹ ਕੀ ਕਰਦੇ ਆ? ਬੇਈਮਾਨੀ ਕਰਦੇ ਆ, ਸਾਡੀਆਂ ਜਿਹੜੀਆਂ ਗੱਲਾਂ ਭੈਣ ਜੀ ਤੱਕ ਨਹੀਂ ਪਹੁੰਚਾਉਂਦੇ ਉਹਨਾਂ ਨੂੰ ਗੁੰਮਰਾਹ ਕਰਦੇ ਆ। ਅੱਜ ਮੀਡੀਆ ਦੇ ਰਾਹੀਂ, ਮੀਡੀਆ ਦੇ ਮਾਧਿਅਮ ਤੋਂ, ਕਿਉਂਕਿ 1.5 ਸਾਲ ਤੋਂ ਅਸੀਂ ਲੱਗੇ ਹੋਏ ਆ ਭੈਣ ਜੀ ਤੱਕ ਗੱਲ ਪਹੁੰਚਾਉਣ ਨੂੰ, ਸਾਡੀ ਗੱਲ ਪਹੁੰਚੀ ਨਹੀਂ। ਅੱਜ ਸਾਨੂੰ ਮਜਬੂਰਨ ਚੰਡੀਗੜ੍ਹ 'ਚ ਆਉਣਾ ਪਿਆ ਕਿ ਚੰਡੀਗੜ੍ਹ ਦੀ ਜਿਹੜੀ ਪ੍ਰੈਸ ਹੈ ਸਾਡੀ ਗੱਲ ਭੈਣ ਜੀ ਤੱਕ ਪਹੁੰਚਾਏਗੀ, ਭੈਣ ਜੀ ਸਾਨੂੰ ਬੁਲਾਣਗੇ ਤਾਂ ਇਹਦਾ ਇੱਕ ਕੋਈ ਵਧੀਆ ਹੱਲ ਦੇਣਗੇ। ਜੇ ਕੱਲ ਨੂੰ 2022 ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ BSP ਜੋੜ ਜਿੱਤ ਜਾਂਦਾ, ਉਸ ਦਾ ਸਹਾਰਾ ਕਿਹਨੂੰ ਜਾਊਗਾ? ਉਹ ਹਾਰ ਜਾਂਦਾ, ਉਸ ਦਾ ਸਹਾਰਾ ਕਿਹਨੂੰ ਜਾਊਗਾ? ਦੇਖੋ ਜਿੱਤਣ ਵਾਲੀ ਤਾਂ ਤੁਸੀਂ ਗੱਲ ਭੁੱਲ ਜਾਓ। ਵਰਕਰ ਇੰਨਾ ਨਿਰਾਸ਼ ਬੈਠਾ ਆ, ਠੀਕ ਹੈ ਨਾ। ਜਿੱਤਿਆ ਵੋਟਾਂ ਨਾਲ ਜਾਂਦਾ, ਬੰਦੇ ਕੱਢ ਕੇ ਬਾਹਰ ਜਿੱਤਿਆ ਨਹੀਂ ਜਾਂਦਾ। ਫਲੋਰ ਦੇ 3 ਬੰਦੇ ਕੱਢ ਦਿੱਤੇ, ਕੀ ਉਹ ਇਹਨੂੰ ਵੋਟ ਪਾ ਦੇਣਗੇ? ਨਹੀਂ ਪਾਣਗੇ ਨਾ। ਜੇ ਇਹਨੂੰ ਕੱਢੇ ਹੀ ਦਿੱਤਾ ਪਾਰਟੀ 'ਚੋਂ, ਵੋਟ ਨਹੀਂ ਪਾਊਗਾ। ਵੋਟ ਉਹ ਪਾਊਗਾ ਜਿਹੜਾ ਬੱਚਾ ਮੌਜੂਦ ਆ, ਜਿਹਨੂੰ ਨਾਰਾਜ਼ ਨੂੰ ਮਨਾਇਆ ਜਾਊਗਾ ਵੀ ਤੂੰ ਆ ਵੀ ਭਰਾ ਸਾਡੇ ਨਾਲ ਇਕੱਠੇ ਹੋ ਕੇ ਚੱਲਦੇ ਆ। ਅਕਾਲੀ ਦਲ ਦੇ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਦੀ ਸੀਟ ਨੂੰ ਲੈ ਕੇ ਵਿਰੋਧ ਹੋਇਆ, ਉਹਨਾਂ ਨੇ ਮੋਰਚਾਬੰਦੀ ਕੀਤੀ, ਪਰ ਉਹਨਾਂ ਨੇ ਕਿਸੇ ਪਾਰਟੀ ਦੇ ਬੰਦੇ ਨੂੰ ਬਾਹਰ ਨਹੀਂ ਕੱਢਿਆ। ਜਦੋਂ ਸਾਡੇ ਗੜ੍ਹਸ਼ੰਕਰ ਵਾਲਿਆਂ ਨੇ ਹਾਥੀ ਦੀ ਮੰਗ ਕੀਤੀ, ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ। ਫਲੋਰ ਵਾਲਿਆਂ ਨੇ 4-5 ਹਜ਼ਾਰ ਬੰਦਿਆਂ ਦਾ ਇਕੱਠ ਕਰਕੇ ਹਾਥੀ ਦੀ ਮੰਗ ਕੀਤੀ, ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ। ਇਸ ਤਰ੍ਹਾਂ ਤੁਸੀਂ ਕਿੱਦਾਂ ਜਿੱਤੋਗੇ? ਤੁਸੀਂ ਆਦੀ ਅੰਮ੍ਰਿਤਸਰ ਦੇ ਵਿੱਚੋਂ ਵੀ ਇਹਨਾਂ ਨੇ ਇਸੇ ਤਰ੍ਹਾਂ ਕੀਤੀ। ਤਰਸੇਮ ਭੋਲਾ ਜੀ ਹੈਗੇ, ਉਹਨਾਂ ਨੇ ਮੰਗ ਕੀਤੀ ਹਾਥੀ ਦੀ ਵੀ ਤੁਸੀਂ ਸੀਟ ਚੇਂਜ ਕਰਕੇ ਗਲਤੀ ਕੀਤੀ ਆ, ਗਲਤ ਕੀਤਾ, ਇਹਨੂੰ ਦਿਓ, ਸਾਡੇ ਬੰਦੇ ਲੜਨ ਵਾਲੇ ਬਹੁਤ ਨੇ, ਤੇ ਉਹਨੂੰ ਵੀ ਪਾਰਟੀ 'ਚੋਂ ਬਾਹਰ ਕੱਢ ਦਿੱਤਾ। ਤੁਸੀਂ ਤਾਂ ਖੁਦ ਕਹਿ ਦੋ ਕਿ BSP ਪਾਰਟੀ ਜਿੱਤੂਗੀ ਨਹੀਂ, BSP ਦੇ ਵਿੱਚ ਮੌਜੂਦ ਹੋ। ਜੇ ਹਾਰ ਜਾਂਦੀ ਹੈ ਕਿਸ ਨੂੰ ਕਹੋਗੇ? ਜ਼ਿੰਮੇਵਾਰੀ ਕਿਸ ਦੀ ਹੋਊਗੀ? ਜੇ ਤਾਲੀ ਜੇ ਜਿੱਤਦੇ ਤਾਂ ਤਾਲੀ ਕਪਤਾਨ ਨੂੰ ਹੁੰਦੀ ਹੈ, ਤਾਂ ਗਾਲੀ ਵੀ ਕਪਤਾਨ ਨੂੰ ਹੁੰਦੀ ਆ। ਉਹ ਜਿਹੜਾ ਪੰਜਾਬ ਦਾ ਗੜੀ ਆ ਜਾਂ ਇੰਚਾਰਜ ਆ, ਇਹਨਾਂ ਨੂੰ ਹੋਣੀ ਆ। ਹਾਰ ਦੀ ਜ਼ਿੰਮੇਵਾਰੀ ਚੱਕਣਗੇ ਇਹਨਾਂ ਨੂੰ ਲੜੀ ਪਏਗੀ। ਜਿਹੜੇ ਹੁਣ ਸਟੇਜਾਂ ਤੋਂ ਐਡੇ ਐਡੇ ਭਾਸ਼ਣ ਦੇ ਰਹੇ ਨੇ, ਵਰਕਰਾਂ ਨੂੰ ਗੁੰਮਰਾਹ ਕਰ ਰਹੇ ਨੇ, ਤਾਂ ਫਿਰ ਇਹਨਾਂ ਨੂੰ ਚੱਕਣੀ ਪਊਗੀ ਨਾ। ਫਿਰ ਭੈਣ ਜੀ ਇਹਨਾਂ ਨੂੰ ਚੱਕ ਕੇ ਲਾਂਭੇ ਕਰਨਗੇ, ਤਾਂ ਫਿਰ ਪੰਜਾਬ ਫਿਰ ਉਹ ਦੁਬਾਰਾ ਉੱਥੇ ਲਿਆਉਣ ਵਾਸਤੇ ਬੜਾ ਵੱਡਾ ਬਹੁਤ ਸਮਾਂ ਲੱਗੇਗਾ ਉੱਥੇ ਲਿਆਉਣ ਵਾਸਤੇ। ਮੈਂ ਇੱਕ ਆਖਰੀ ਸਵਾਲ ਹੈ ਤੁਹਾਨੂੰ ਕਿ ਤੁਸੀਂ ਕਹਿ ਦਿਓ ਵੀ 5 ਮੈਂਬਰ ਕਮੇਟੀ ਬਣਾਈ ਸੀ, ਤੁਹਾਨੂੰ ਮਾਇਆਵਤੀ ਜੀ ਨਾਲ ਮਿਲਣ ਦਿੱਤਾ ਗਿਆ, 1.5 ਸਾਲ ਹੋ ਗਿਆ। ਹੁਣ ਅੱਗੇ ਜਾ ਕੇ ਜਿਵੇਂ ਕਹਿ ਦਿੰਦੇ ਕਿ ਦੇਖਾਂਗੇ, ਜੇ ਬਾਈ ਚਾਂਸ ਜੇ ਪਾਰਟੀ ਹਾਰ ਜਾਂਦੀ ਹੈ ਜਾਂ ਅਲੱਗ ਤੁਸੀਂ ਪਾਰਟੀ ਬਣਾਓਗੇ 2022 ਤੋਂ ਪਹਿਲਾਂ, ਜੇ ਹਾਰ ਜਾਂਦੀ ਫਿਰ ਅੱਗੇ ਜਾ ਕੇ ਕੀ ਕਰੋਗੇ? ਰਹੋਗੇ ਪਾਰਟੀ ਵਿੱਚ, ਪਾਰਟੀ ਛੱਡੋਗੇ, ਕੀ ਦਿਸ਼ਾ ਦੋਗੇ? ਜੋ ਤੁਹਾਡੇ ਨਾਲ ਵਰਕਰ ਸਾਡੇ ਨਾਲ ਜੁੜੇ ਹੋਏ ਨੇ, ਤੁਹਾਡੇ ਨਾਲ ਵੀ ਲੋਕ ਜੁੜੇ ਨੇ, ਉਹਨਾਂ ਨੂੰ ਕੀ ਅਲੱਗ ਦਿਸ਼ਾ ਦੋਗੇ? ਦੇਖੋ ਮੇਰਾ ਇਹ ਮੰਨਣਾ ਹੈਗਾ ਕਿ ਸਾਡੀ ਇਹ ਗੱਲ ਜੇ ਭੈਣ ਜੀ ਤੱਕ ਪਹੁੰਚ ਗਈ ਤਾਂ ਭੈਣ ਜੀ ਕੈਡਰ ਨੂੰ ਨਿਰਾਸ਼ ਨਹੀਂ ਕਰਨਗੇ। ਉਹ ਇਹਨਾਂ ਤੋਂ ਬਹੁਤ ਸਿਆਣੇ ਨੇ, ਇਹ ਕੁਝ ਵੀ ਨਹੀਂ ਹੈਗੇ ਆ। ਉਹ ਬਹੁਤ ਸਿਆਣੇ ਨੇ, ਬੜੇ ਸੂਝਵਾਨ ਨੇ। ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚ ਗਈ, ਪ੍ਰੋਬਲਮ ਪਤਾ ਕੀ ਹੈ, ਜਿਹੜੀ ਇਹਨਾਂ ਨੇ ਸ਼ਬਦ ਸਹੀ ਵਰਤਿਆ ਹੈਗਾ, ਉਹਨਾਂ ਨੇ ਵਿੱਚ ਇੱਕ ਜਿਹੜਾ ਬੰਦਾ ਰੱਖਿਆ ਨਾ, ਮੈਸੇਂਜਰ, ਠੀਕ ਹੈ, ਆਪਣੇ ਬੈਨੀਵਾਲ, ਉਹ ਮੈਸੇਂਜਰ ਹੈ ਭੈਣ ਜੀ ਦੇ ਸਟੇਟ ਯੂਨੀਅਨ ਦੇ ਵਿੱਚ। ਇਹਨੂੰ ਪਰਿਵਾਰੀ ਕਹਿੰਦੇ ਨੇ। ਉਹ ਪਰਿਵਾਰੀ ਜੇ ਅਗਰ ਸਹੀ ਗੱਲ ਪਹੁੰਚਾ ਦੇਗਾ, ਜਿਹੜੀ ਕਿ ਉਹਨੂੰ ਪਹੁੰਚਾਉਣੀ ਚਾਹੀਦੀ ਹੈ, ਹੁਣ ਤੱਕ ਨਹੀਂ ਪਹੁੰਚਾਈ ਉਹਨੇ, ਜਿਹੜੀ ਕਿ ਉਹਨੂੰ ਪਹੁੰਚਾਉਣੀ ਚਾਹੀਦੀ ਹੈ, ਸਹੀ ਜੋ ਵੀ ਤੱਥ ਹੈਗੇ ਨੇ ਉਹ ਸਾਰੇ ਇਸੇ ਤਰ੍ਹਾਂ ਰੱਖਣੇ ਚਾਹੀਦੇ ਉਹਨਾਂ ਕੋਲ। ਫਿਰ ਭੈਣ ਜੀ ਸਾਨੂੰ ਬੁਲਾਉਂਦੇ ਆ ਜਾਂ ਨਹੀਂ ਬੁਲਾਉਂਦੇ ਹੈਗੇ ਆ, ਕੋਈ ਗੱਲ ਨਹੀਂ ਹੈ। ਦੇਖੋ ਅਸੀਂ ਪਹਿਲਾਂ ਹੀ ਜੋ ਉਹਨਾਂ ਨੇ ਕਹਤਾ ਉਹ ਮਨਜ਼ੂਰ ਹੋਊਗਾ। ਜੇ ਤੁਹਾਡੀ ਗੱਲ ਪਹੁੰਚ ਗਈ ਮਾਇਆਵਤੀ ਤੱਕ, ਜੋ ਉਹਨਾਂ ਨੇ ਕਹਤਾ ਫਿਰ ਤੁਹਾਨੂੰ ਮਨਜ਼ੂਰ ਹੈ? ਬਿਲਕੁਲ। ਭੈਣ ਜੀ ਨਾਲ ਮੀਟਿੰਗ ਕਰਾ ਦੇਣ, ਸਾਡੀ ਭੈਣ ਜੀ ਨਾਲ ਮੀਟਿੰਗ ਕਰਾ ਦੇਣ। ਜੇ ਭੈਣ ਜੀ ਨਾਲ ਮੀਟਿੰਗ ਹੋ ਜਾਂਦੀ ਹੈ, ਸਾਡੀ ਜਿਹੜੀ ਹੈਗੀ ਹੈ, ਸਾਡੇ ਗਰੁੱਪ ਦੀ ਜਿਹੜੀ ਹੈਗੀ ਹੈ, ਹਜ਼ਾਰਾਂ ਬੰਦੇ ਹੈਗੇ ਆ, ਜੇ ਗਰੁੱਪ ਦੀ ਗੱਲ ਸੁਣ ਕੇ ਉਹ ਕਹਿੰਦੇ ਨੇ ਨਹੀਂ ਤੁਸੀਂ ਜਾਓ ਵਾਪਸ ਤੇ ਕੰਮ ਕਰੋ, ਅਸੀਂ ਕੰਮ ਕਰਾਂਗੇ। ਤੁਸੀਂ ਸਾਰੀ ਗੱਲ ਬਸ ਸੁਣੀ ਹੈ। 2022 ਦੇ ਵਿੱਚ ਚੋਣਾਂ ਨੇ, ਉਸ ਤੋਂ ਪਹਿਲਾਂ ਹੀ ਲਗਾਤਾਰ ਅਲੱਗ-ਅਲੱਗ ਸਿਆਸੀ ਪਾਰਟੀ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ, ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ BSP ਦਾ ਗੱਠਜੋੜ ਹੋਇਆ ਸੀ। ਅੱਜ BSP ਦੇ ਕੁਝ
ਵਰਕਰ ਇੱਥੇ ਆਏ ਸੀ, ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿ ਜੋ ਟਿਕਟਾਂ ਦੀ ਵੰਡ ਹੋਈ ਹੈ 20 ਸੀਟਾਂ ਨੂੰ ਲੈ ਕੇ ਸਮਝੌਤੇ ਲਈ ਬਿਲਕੁਲ ਤਿਆਰ ਸੀ, ਸਮਝੌਤਾ ਹੋਇਆ, ਉਸ ਉੱਪਰ ਕੋਈ ਵੀ ਆਪੱਤੀ ਨਹੀਂ ਹੈ। ਪਰ ਜੋ 20 ਸੀਟਾਂ ਦੀ ਵੰਡ ਕੀਤੀ ਗਈ ਉਸ ਉੱਪਰ ਕਹਿ ਰਹੇ ਨੇ ਕਿ ਉਹ ਸੀਟਾਂ ਦੀ ਵੰਡ ਸਹੀ ਨਹੀਂ ਕੀਤੀ ਗਈ। ਜੋ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਨੂੰ ਲੈ ਕੇ, ਜਿਨ੍ਹਾਂ ਕੋਲ ਜ਼ਿਆਦਾ ਧਨ ਦੌਲਤ ਹੈਗੀ ਸੀ, ਉਹਨਾਂ ਨੂੰ ਸੀਟਾਂ ਦਿੱਤੀਆਂ ਗਈਆਂ ਨੇ, ਬਾਕੀ ਜੋ BSP ਦੇ ਵਰਕਰ ਨੇ ਉਹਨਾਂ ਨੂੰ ਅਣਦੇਖਾ ਕੀਤਾ ਗਿਆ। 2022 ਵਿੱਚ ਕੁਛ ਹੀ ਸਮਾਂ ਰਹਿ ਗਿਆ ਚੋਣਾਂ ਵਿੱਚ। ਹੁਣ ਜੇ ਹਾਰਦੇ ਨੇ ਤਾਂ ਜੋ ਪੰਜਾਬ BSP ਦੇ ਪ੍ਰਧਾਨ ਨੇ ਗੜੀ, ਉਹਨਾਂ ਦੇ ਉੱਤੇ ਹੀ ਸਾਰਾ ਭਾਂਡਾ ਫੋੜਦੇ ਨੇ ਵੀ ਉਹੀ ਇਸ ਚੀਜ਼ ਦੇ ਜ਼ਿੰਮੇਵਾਰ ਹੋਣਗੇ। ਤਾਂ ਹੁਣ ਦੇਖਾਂਗੇ ਉਹ ਸਿਆਸਤ ਕਿਹੜੇ ਕਿਹੜੇ ਰੰਗ ਦੇਖਣ ਨੂੰ ਮਿਲਣਗੇ 2022 ਦੇ ਵਿੱਚ, ਇਹ ਸਮਾਂ ਦੱਸੂਗਾ। ਪਰ ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ, ਫੈਸਲਾ ਲੋਕਾਂ ਨੇ ਹੀ ਕਰਨਾ।